प्यारे बच्चों, नमस्कार, सत श्री अकाल, इस्लाम वालेकुम। मैं नवनीश कुमार सिंगला SS मास्टर सरकारी सीनियर सैकेंडरी स्कूल हरियाऊ ਤੁਹਾਡੇ ਲਈ ਕਲਾਸ 10ਵੀਂ ਵਿਸ਼ਾ ਸਮਾਜਿਕ ਸਿੱਖਿਆ ਵਿੱਚੋਂ ਭੂਗੋਲ ਦੇ ਪਾਠ 3 ਜਲਵਾਯੂ ਦੀ ਇੱਕ ਵੀਡੀਓ ਲੈ ਕੇ ਆਇਆ ਹਾਂ, ਜਿਸ ਨੂੰ ਮੈਂ 2 ਭਾਗਾਂ ਦੇ ਵਿੱਚ ਵੰਡਿਆ ਹੈ। ਇਸ ਵੀਡੀਓ ਦੇ ਵਿੱਚ ਭਾਗ 1 ਤੇ ਭਾਗ 2 ਅਗਲੀ ਵੀਡੀਓ ਵਿੱਚ ਲੈ ਕੇ ਆਵਾਂਗਾ। ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਵੇਗੀ ਅਤੇ ਤੁਹਾਡੇ ਲਈ ਲਾਹੇਵੰਦ ਸਾਬਤ ਹੋਵੇਗੀ। ਸਭ ਤੋਂ ਪਹਿਲਾਂ ਅਸੀਂ ਜਲਵਾਯੂ ਦੇ ਅਰਥ ਬਾਰੇ ਸਮਝਾਂਗੇ। ਆਮ ਤੌਰ 'ਤੇ ਸਾਡੀ ਇਹੀ ਧਾਰਨਾ ਹੁੰਦੀ ਹੈ ਕਿ ਜਲਵਾਯੂ ਅਤੇ ਮੌਸਮ ਇੱਕੋ ਹਨ, ਪਰੰਤੂ ਇਹਨਾਂ ਦੇ ਅਰਥ ਵਿੱਚ ਫਰਕ ਹੈ। ਜਲਵਾਯੂ ਕਿਸੇ ਖੇਤਰ ਵਿੱਚ ਪਰਮਾਨੈਂਟ ਹੁੰਦਾ ਹੈ ਅਤੇ ਮੌਸਮ ਮੂਵਮੈਂਟਲੀ ਟੈਂਪਰੇਰੀ ਹੁੰਦਾ ਹੈ। ਹੁਣ ਆਪਾਂ ਸਭ ਤੋਂ ਪਹਿਲਾਂ ਜਲਵਾਯੂ ਦੇ ਅਰਥ ਬਾਰੇ ਸਮਝਾਂਗੇ। ਜਲਵਾਯੂ ਦਾ ਅਰਥ ਹੈ ਕਿ ਕਿਸੇ ਖੇਤਰ 'ਤੇ ਲੰਬੇ ਸਮੇਂ ਤੱਕ ਉੱਥੋਂ ਦੇ ਮੌਸਮੀ ਹਾਲਾਤਾਂ, ਜਿਸ ਵਿੱਚ ਉੱਥੋਂ ਦਾ ਤਾਪਮਾਨ, ਉੱਥੋਂ ਦੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਆਦਿ ਚੀਜ਼ਾਂ ਨੂੰ ਇੱਕ ਲੰਬੇ ਸਮੇਂ ਤੱਕ ਮਾਪਿਆ ਜਾਂਦਾ ਹੈ ਅਤੇ ਉਸ ਆਧਾਰ ਦੇ ਉੱਪਰ ਹੀ ਉਸ ਖੇਤਰ ਦਾ ਜਲਵਾਯੂ ਨਿਸ਼ਚਿਤ ਕੀਤਾ ਜਾਂਦਾ ਹੈ। ਜਲਵਾਯੂ ਨੂੰ ਬਹੁਤ ਸਾਰੇ ਤੱਤ ਨੇ ਜਿਹੜੇ ਉਹ ਨਿਰਧਾਰਿਤ ਕਰਦੇ ਹਨ, ਜਿਵੇਂ ਕਿ ਭੂ-ਮੱਧ ਰੇਖਾ ਤੋਂ ਦੂਰੀ, ਧਰਾਤਲ ਅਤੇ ਸਮੁੰਦਰ ਤੋਂ ਫਾਸਲਾ ਆਦਿ ਅਜਿਹੇ ਤੱਤ ਨੇ ਜਿਹੜੇ ਉਹ ਕਿਸੇ ਖੇਤਰ ਦੀ ਜਲਵਾਯੂ ਨੂੰ ਨਿਰਧਾਰਿਤ ਕਰਦੇ ਹਨ। ਨੈਕਸਟ, ਖੇਤਰੀ ਭਿੰਨਤਾਵਾਂ। ਖੇਤਰੀ ਭਿੰਨਤਾਵਾਂ ਦੇ ਵਿੱਚੋਂ ਪਹਿਲਾ ਪੁਆਇੰਟ ਹੈ ਤਾਪਮਾਨ ਦੇ ਪੱਖ ਤੋਂ ਦੇਸ਼ ਅੰਦਰ ਸਰਦੀਆਂ ਵਿੱਚ ਉੱਚੇ ਹਿਮਾਲਿਆ ਪਰਬਤਾਂ ਵਿੱਚ ਕਾਰਗਿਲ ਨੇੜੇ। ਬੱਚਿਓ, ਕਾਰਗਿਲ ਦਾ ਨਾਮ ਆ ਜਿਹੜਾ ਤੁਸੀਂ ਸੁਣਿਆ ਹੋਵੇਗਾ। ਕਾਰਗਿਲ ਜੰਮੂ ਕਸ਼ਮੀਰ ਦਾ ਇੱਕ ਡਿਸਟ੍ਰਿਕਟ ਹੈ। ਜਲਵਾਯੂ ਤੋਂ ਅਲੱਗ ਤੁਹਾਨੂੰ ਇੱਕ ਕਾਰਗਿਲ ਬਾਰੇ ਥੋੜ੍ਹਾ ਜਿਹਾ ਚਾਨਣਾ ਪਾ ਰਿਹਾ। ਕਾਰਗਿਲ ਹੈ ਜਿਹੜਾ ਜੰਮੂ ਕਸ਼ਮੀਰ ਸਟੇਟ ਦਾ ਇੱਕ ਜ਼ਿਲ੍ਹਾ, ਜਿੱਥੇ 1999 ਦੇ ਵਿੱਚ ਕਾਰਗਿਲ ਦਾ ਯੁੱਧ ਹੋਇਆ ਸੀ। ਇਹ ਯੁੱਧ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹੋਇਆ ਸੀ। 3 ਮਈ 1999 ਨੂੰ ਇਹ ਯੁੱਧ ਸ਼ੁਰੂ ਹੋਇਆ ਸੀ ਅਤੇ 26 ਜੁਲਾਈ 1999 ਨੂੰ ਇਹ ਯੁੱਧ ਖਤਮ ਹੋਇਆ ਸੀ। ਅਤੇ ਇਹ ਯੁੱਧ ਲਗਭਗ 2 ਮਹੀਨੇ 3 ਹਫ਼ਤੇ ਤੱਕ ਚੱਲਿਆ ਅਤੇ ਭਾਰਤ ਨੇ ਇਸ ਯੁੱਧ ਦੇ ਵਿੱਚ ਜਿੱਤ ਹਾਸਲ ਕੀਤੀ। ਉਸ ਸਮੇਂ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਹੁਣ ਫਿਰ ਆਪਾਂ ਆਪਣੇ ਮੇਨ ਪੁਆਇੰਟ 'ਤੇ ਆਉਂਦੇ ਹਾਂ। ਤਾਪਮਾਨ ਦੇ ਪੱਖ ਤੋਂ ਦੇਸ਼ ਅੰਦਰ ਸਰਦੀਆਂ ਵਿੱਚ ਉੱਚੇ ਹਿਮਾਲਿਆ ਪਰਬਤਾਂ ਵਿੱਚ ਕਾਰਗਿਲ ਨੇੜੇ ਦਰਾਸ ਦੀ ਥਾਂ 'ਤੇ -45 ਡਿਗਰੀ ਸੈਲਸੀਅਸ ਤੱਕ ਤਾਪਮਾਨ ਗਿਰ ਜਾਂਦਾ ਹੈ। ਤਾਂ ਬੱਚਿਓ, ਸਰਦੀਆਂ ਦੇ ਵਿੱਚ ਜਦੋਂ ਹਿਮਾਲਿਆ ਪਰਬਤਾਂ ਵਿੱਚ ਕਾਰਗਿਲ ਦੇ ਨੇੜੇ ਦਰਾਸ ਸਥਾਨ 'ਤੇ ਜਿਹੜਾ ਉੱਥੋਂ ਦਾ ਟੈਂਪਰੇਚਰ ਆ, ਤਾਪਮਾਨ ਆ, -45 ਡਿਗਰੀ ਤੱਕ ਗਿਰ ਜਾਂਦਾ ਹੈ। ਤਾਂ -45 ਡਿਗਰੀ ਤੋਂ ਆਪਾਂ ਸਮਝ ਸਕਦੇ ਹਾਂ ਕਿ ਬਿਲਕੁਲ ਇੱਕ ਜਮਾਊ ਤਾਪਮਾਨ ਆ ਜਿਹੜਾ ਉਹ ਹੋ ਜਾਂਦਾ ਹੈ। ਅਤੇ ਬਿਲਕੁਲ ਉਸੇ ਸਮੇਂ ਦੱਖਣੀ ਭਾਰਤ ਦੇ ਵਿੱਚ ਤਾਮਿਲਨਾਡੂ ਦੇ ਚੇਨਈ ਦੇ ਸਥਾਨ 'ਤੇ ਜਿਹੜਾ ਟੈਂਪਰੇਚਰ ਆ ਉਹ 20 ਡਿਗਰੀ ਸੈਲਸੀਅਸ ਤੋਂ ਵੱਧ ਹੁੰਦਾ ਹੈ। ਤਾਂ ਕੁੱਲ ਮਿਲਾ ਕੇ ਕਹਿ ਲਈਏ ਕਿ ਜੰਮੂ ਕਸ਼ਮੀਰ ਦੇ ਦਰਾਸ ਦੇ ਸਥਾਨ 'ਤੇ ਜਿਹੜਾ ਟੈਂਪਰੇਚਰ ਆ ਉਹ -45 ਡਿਗਰੀ ਇੱਕ ਜਮਾਨ ਵਾਲਾ ਜਿਹੜਾ ਤਾਪਮਾਨ ਆ ਉੱਥੇ ਹੁੰਦਾ। ਅਤੇ ਇਸ ਤੋਂ ਉਲਟ ਦੱਖਣੀ ਭਾਰਤ ਦੇ ਤਾਮਿਲਨਾਡੂ ਚੇਨਈ ਦੇ ਵਿੱਚ ਜਿਹੜਾ ਤਾਪਮਾਨ ਆ ਉਹ 20 ਡਿਗਰੀ ਸੈਲਸੀਅਸ ਤੋਂ ਵੀ ਵੱਧ ਹੁੰਦਾ ਹੈ। ਇਸੇ ਤਰ੍ਹਾਂ ਜੇਕਰ ਅਸੀਂ ਗਰਮੀਆਂ ਦੀ ਗੱਲ ਕਰੀਏ ਤਾਂ ਅਰਾਵਲੀ ਪਰਬਤ ਹੈ ਜਿਹੜਾ ਉਹ ਰਾਜਸਥਾਨ ਦੇ ਵਿੱਚ ਹੈ। ਤਾਂ ਅਰਾਵਲੀ ਪਰਬਤ ਦੇ ਪੱਛਮ ਵਿੱਚ ਜੈਸਲਮੇਰ ਦੇ ਸਥਾਨ 'ਤੇ ਜਦੋਂ ਤਾਪਮਾਨ ਜਿਹੜਾ
50 ਡਿਗਰੀ ਸੈਲਸੀਅਸ ਨੂੰ ਵੀ ਪਾਰ ਕਰ ਜਾਂਦਾ ਹੈ ਤਾਂ ਉਸ ਸਮੇਂ ਸ਼੍ਰੀਨਗਰ ਦਾ ਜਿਹੜਾ ਤਾਪਮਾਨ ਆ ਉਹ 20 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ। ਤਾਂ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਤਾਪਮਾਨ ਦੇ ਪੱਖੋਂ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਕਿੰਨੀਆਂ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ। ਕਾਰਗਿਲ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ -45 ਡਿਗਰੀ ਟੈਂਪਰੇਚਰ ਹੁੰਦਾ ਸਰਦੀਆਂ ਦੇ ਵਿੱਚ, ਤਾਂ ਤਾਮਿਲਨਾਡੂ ਦੇ ਚੇਨਈ ਦੇ ਵਿੱਚ 20 ਡਿਗਰੀ ਤੋਂ ਵੀ ਵੱਧ ਤਾਪਮਾਨ ਹੁੰਦਾ। ਤਾਂ ਗਰਮੀਆਂ ਦੇ ਵਿੱਚ ਜਦੋਂ ਅਸੀਂ ਜੈਸਲਮੇਰ ਦੇ ਸਥਾਨ 'ਤੇ ਤਾਪਮਾਨ ਮਾਪਦੇ ਹਾਂ ਤਾਂ ਉੱਥੇ ਤਾਪਮਾਨ ਹੈ ਜਿਹੜਾ 50 ਡਿਗਰੀ ਸੈਲਸੀਅਸ ਨੂੰ ਵੀ ਪਾਰ ਕਰ ਜਾਂਦਾ ਹੈ। ਅਤੇ ਉਸੇ ਸਮੇਂ ਸ਼੍ਰੀਨਗਰ ਦੇ ਵਿੱਚ ਜਿਹੜਾ ਤਾਪਮਾਨ ਆ ਉਹ 20 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਦੇਸ਼ ਦੇ ਵਿੱਚ ਤਾਪਮਾਨ ਦੇ ਪੱਖੋਂ ਵੀ ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਭਿੰਨਤਾਵਾਂ ਨੇ ਜਿਹੜੀਆਂ ਉਹ ਪਾਈਆਂ ਜਾਂਦੀਆਂ ਹਨ। ਨੈਕਸਟ ਪੁਆਇੰਟ ਹੈਗਾ ਵਰਖਾ। ਜੇਕਰ ਹੁਣ ਅਸੀਂ ਵਰਖਾ ਦੀ ਗੱਲ ਕਰੀਏ ਤਾਂ ਵਰਖਾ ਦੇ ਹਿਸਾਬ ਨਾਲ ਖਾਸੀ ਦੀਆਂ ਪਹਾੜੀਆਂ ਦੇ ਵਿੱਚ ਚੀਰਾਪੂੰਜੀ ਦੇ ਪਾਸ ਮਸੀਰਰਾਮ ਪਿੰਡ ਵਿੱਚ ਦੇਸ਼ ਦੀ ਸਭ ਤੋਂ ਵੱਧ ਅਤੇ ਔਸਤ ਸਾਲਾਨਾ ਵਰਖਾ 1080 ਸੈਂਟੀਮੀਟਰ ਹੁੰਦੀ ਹੈ। ਭਾਰਤ ਦੇ ਵਿੱਚ ਸਭ ਤੋਂ ਵੱਧ ਵਰਖਾ ਜਿਹੜੀ ਉਹ ਚੀਰਾਪੂੰਜੀ ਦੇ ਪਾਸ ਜਿਹੜਾ ਇੱਕ ਪਿੰਡ ਆ ਮਸੀਰਰਾਮ, ਉੱਥੇ ਸਭ ਤੋਂ ਵੱਧ ਵਰਖਾ ਹੁੰਦੀ ਹੈ ਅਤੇ ਔਸਤ ਸਾਲਾਨਾ ਵਰਖਾ ਜਿਹੜੀ ਉਹ 1080 ਸੈਂਟੀਮੀਟਰ ਤੱਕ ਮਾਪੀ ਜਾਂਦੀ ਹੈ। ਜੇਕਰ ਇਸ ਦੇ ਉਲਟ ਅਸੀਂ ਪੱਛਮੀ ਥਾਰ ਮਾਰੂਥਲ ਦੇ ਵਿੱਚ ਔਸਤ ਸਾਲਾਨਾ ਵਰਖਾ ਦੀ ਗੱਲ ਕਰੀਏ ਤਾਂ ਉੱਥੇ ਸਿਰਫ 12 ਸੈਂਟੀਮੀਟਰ ਤੱਕ ਹੀ ਦਰਜ ਕੀਤੀ ਜਾਂਦੀ ਹੈ। ਜਾਂ ਅਸੀਂ ਇਸ ਤਰ੍ਹਾਂ ਕਹਿ ਲਈਏ ਕਿ ਅਰਾਵਲੀ ਪਰਬਤ ਦੇ ਪੱਛਮ ਵਿੱਚ 8 ਸਾਲਾਂ ਵਿੱਚ ਜਿੰਨੀ ਵਰਖਾ ਪੈਂਦੀ ਹੈ ਤਾਂ ਉਨੀ ਵਰਖਾ ਚੀਰਾਪੂੰਜੀ ਦੇ ਵਿੱਚ ਇੱਕ ਦਿਨ ਦੇ ਵਿੱਚ ਪੈ ਜਾਂਦੀ ਹੈ। ਤਾਂ ਵਰਖਾ ਦੇ ਹਿਸਾਬ ਨਾਲ ਵੀ ਦੇਖੀਏ ਤਾਂ ਭਾਰਤ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਵਰਖਾ ਜਿਹੜੀ ਉਹ ਵੱਖ-ਵੱਖ ਪਾਈ ਜਾਂਦੀ ਹੈ ਅਤੇ ਵਰਖਾ ਦੇ ਵਿੱਚ ਭਿੰਨਤਾ ਜਿਹੜੀ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਨੈਕਸਟ ਪੁਆਇੰਟ ਹੈ ਬਾੜਮੇਰ ਅਤੇ ਜੈਸਲਮੇਰ ਵਿੱਚ ਜਿੱਥੇ ਲੋਕ ਬੱਦਲਾਂ ਨੂੰ ਤਰਸਦੇ ਹਨ ਉੱਥੇ ਜਿਵੇਂ ਰਾਜਸਥਾਨ ਦੀ ਆਪਾਂ ਗੱਲ ਕਰੀਏ, ਜੈਸਲਮੇਰ ਹੈ ਜਿਹੜਾ ਉਹ ਰਾਜਸਥਾਨ ਦੇ ਵਿੱਚ ਹੈ, ਜਿੱਥੇ ਲੋਕ ਬੱਦਲਾਂ ਨੂੰ ਤਰਸਦੇ ਨੇ। ਤਾਂ ਜਿਸ ਤਰ੍ਹਾਂ ਤੁਸੀਂ ਇਹ ਪਿਕਚਰ ਦੇ ਵਿੱਚ ਦੇਖੋਗੇ, ਜਿੱਥੇ ਲੋਕ ਬੱਦਲਾਂ ਨੂੰ ਤਰਸਦੇ ਆ ਉੱਥੇ ਸੋਕਾ ਪੈਂਦਾ ਹੈ। ਤਾਂ ਜੈਸਲਮੇਰ ਦੇ ਵਿੱਚ ਜਿੱਥੇ ਲੋਕ ਬੱਦਲਾਂ ਨੂੰ ਤਰਸਦੇ ਨੇ ਉੱਥੇ ਮੇਘਾਲਿਆ ਦੇ ਵਿੱਚ ਸਾਰਾ ਸਾਲ ਅਸਮਾਨ ਦੇ ਵਿੱਚ ਬੱਦਲ ਛਾਏ ਰਹਿੰਦੇ ਹਨ, ਭਾਵ ਉੱਥੇ ਵਰਖਾ ਜ਼ਿਆਦਾ ਹੁੰਦੀ ਹੈ ਅਤੇ ਜੈਸਲਮੇਰ ਅਤੇ ਬਾੜਮੇਰ ਦੇ ਥਾਂ ਦੇ ਉੱਤੇ ਵਰਖਾ ਜਿਹੜੀ ਬਹੁਤ ਘੱਟ ਮਾਤਰਾ ਦੇ ਵਿੱਚ ਪੈਂਦੀ ਹੈ। ਤਾਂ ਨੈਕਸਟ ਪੁਆਇੰਟ ਹੈ 4। ਇਸੇ ਤਰ੍ਹਾਂ ਮੁੰਬਈ ਅਤੇ ਹੋਰ ਤਟੀ ਖੇਤਰਾਂ ਦੇ ਵਿੱਚ ਸਮੁੰਦਰ ਦਾ ਅਸਰ ਹੋਣ ਕਾਰਨ ਉੱਥੇ ਸਮ ਜਲਵਾਯੂ ਦਾ ਪ੍ਰਭਾਵ ਬਣਿਆ ਰਹਿੰਦਾ ਹੈ। ਤਾਂ ਜੇਕਰ ਅਸੀਂ ਗੱਲ ਤਟੀ ਖੇਤਰਾਂ ਦੀ ਕਰੀਏ, ਤਟੀ ਖੇਤਰਾਂ ਦੇ ਵਿੱਚ ਸਮੁੰਦਰ ਦੇ ਨੇੜੇ ਹੋਣ ਕਰਕੇ ਜਿਹੜੇ ਤਟੀ ਖੇਤਰ ਨੇ ਉੱਥੇ ਜਲਵਾਯੂ ਹੈ ਜਿਹੜਾ ਸਮ ਹੁੰਦਾ, ਸਮ ਜਲਵਾਯੂ ਮੀਨਜ਼ ਨਾ ਜ਼ਿਆਦਾ ਸਰਦੀ ਅਤੇ ਨਾ ਹੀ ਜ਼ਿਆਦਾ ਗਰਮੀ, ਸਾਰਾ ਸਾਲ ਮੌਸਮ ਹੈ ਜਿਹੜਾ ਉਹ ਇੱਕੋ ਜਿਹਾ ਰਹਿੰਦਾ ਹੈ। ਇਸ ਦੇ ਉਲਟ ਉੱਤਰੀ ਭਾਰਤ ਦੇ ਵਿੱਚ ਜਿਹੜਾ ਜਲਵਾਯੂ ਆ ਉਹ ਅੱਤ ਦਾ ਕਠੋਰ ਹੁੰਦਾ ਹੈ। ਕਠੋਰ ਮੀਨਜ਼ ਸਰਦੀਆਂ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਜ਼ਿਆਦਾ ਸਰਦੀ ਪੈਂਦੀ ਹੈ ਅਤੇ ਗਰਮੀਆਂ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਜ਼ਿਆਦਾ ਗਰਮੀ ਪੈਂਦੀ ਹੈ। ਤਾਂ ਇਹਨਾਂ ਚੀਜ਼ਾਂ ਤੋਂ ਵੀ ਅਸੀਂ ਦੇਖ ਸਕਦੇ ਹਾਂ ਕਿ ਭਾਰਤ ਦੇ ਵਿੱਚ ਕਿੰਨੀਆਂ ਸਾਰੀਆਂ ਖੇਤਰੀ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ। ਨੈਕਸਟ ਪੁਆਇੰਟ ਹੈ ਜਲਵਾਯੂ ਨੂੰ ਨਿਰਧਾਰਿਤ ਕਰਨ ਵਾਲੇ ਤੱਤ। ਤਾਂ ਬੱਚਿਓ, ਜਲਵਾਯੂ ਨੂੰ ਨਿਰਧਾਰਿਤ ਕਰਨ ਵਾਲੇ ਤੱਤ ਆਪਾਂ ਸਟਾਰਟਿੰਗ ਦੇ ਵਿੱਚ ਵੀ ਥੋੜ੍ਹੇ ਬਹੁਤ ਤੁਹਾਨੂੰ ਦੱਸੇ ਸੀ। ਤਾਂ ਜਲਵਾਯੂ ਨੂੰ ਨਿਰਧਾਰਿਤ ਕਰਨ ਵਾਲੇ ਤੱਤ ਨੇ 5 ਨੇ। ਸਭ ਤੋਂ ਪਹਿਲਾ ਹੈ ਭੂ-ਮੱਧ ਰੇਖਾ ਤੋਂ ਦੂਰੀ, ਦੂਜਾ ਹੈ ਧਰਾਤਲ, ਤੀਜਾ ਹੈ ਵਾਯੂ ਦਾਬ ਪ੍ਰਣਾਲੀ ਅਤੇ ਚੌਥਾ ਹੈ ਮੌਸਮੀ ਪੌਣਾ ਅਤੇ ਪੰਜਵਾਂ ਹੈ ਹਿੰਦ ਮਹਾਸਾਗਰ ਦੀ ਨੇੜਤਾ। ਅਤੇ ਇਹਨਾਂ ਨੂੰ ਅੱਗੇ ਆਪਾਂ ਇੱਕ ਇੱਕ ਪੁਆਇੰਟ ਨੂੰ ਐਕਸਪਲੇਨ ਕਰਾਂਗੇ, ਇਹਨਾਂ ਦੀ ਵਿਆਖਿਆ ਕਰਕੇ ਤੁਹਾਨੂੰ ਸਮਝਾਵਾਂਗੇ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਭੂ-ਮੱਧ ਰੇਖਾ ਤੋਂ ਦੂਰੀ।
ਭਾਰਤ ਦੇਸ਼ ਧਰਤੀ ਦੇ ਉੱਤਰੀ ਅਰਧ ਗੋਲਾ ਵਿੱਚ ਭੂ-ਮੱਧ ਰੇਖਾ ਵਾਲੇ ਪਾਸੇ ਸਥਿਤ ਹੈ, ਜਿਸ ਕਰਕੇ ਹਿਮਾਲਿਆ ਪਰਬਤੀ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਲਗਭਗ ਸਾਰੇ ਖੇਤਰਾਂ ਵਿੱਚ ਸਾਰਾ ਸਾਲ ਤਾਪਮਾਨ ਉੱਚਾ ਰਹਿੰਦਾ ਹੈ। ਇਸ ਲਈ ਇਸ ਨੂੰ ਗਰਮ ਜਲਵਾਯੂ ਵਾਲਾ ਦੇਸ਼ ਵੀ ਮੰਨਿਆ ਜਾਂਦਾ ਹੈ। ਤਾਂ ਬੱਚਿਓ, ਇਹ ਪਿਕਚਰ ਦੇ ਵਿੱਚ ਮੈਂ ਤੁਹਾਨੂੰ ਸਮਝਾਉਂਗਾ। ਜਿਸ ਤਰ੍ਹਾਂ देखो, ये धरती है, गोल चक्कर इस तरह ही बनया मैथों। तो ये बिल्कुल विचकार दी है जिहड़ी ओह भू-मध्य रेखा 0 डिग्री ते है। आह वाली जिहड़ी रेखा ये भू-मध्य रेखा। तो उपरले भाग नूं उत्तरी अर्धगोला आख्या जाता है। ये जिहड़ा हैगा उत्तरी अर्धगोला, ते निचले वाले हिस्से नूं दक्षिणी अर्धगोला कहा जाता है। तो भारत आ जिहड़ा ओह भारत का निचला हिस्सा जिहड़ा ओह भू-मध्य रेखा के बिल्कुल नेड़े है। तो इस करके असी कह सकते हैं कि हिमालय पर्वत जिहड़े भारत दे विच हैगे ने, वो हिमालय पर्वत ये वाले हिस्से दे विच ने। तो भारत का जिहड़ा दक्षिणी हिस्सा वह भू-मध्य रेखा के नेड़े है। भू-मध्य रेखा के नेड़े होने कारण जिहड़ा भारत का दक्षिणी हिस्सा उत्थे तापमान है जिहड़ा सारा साल उच्चा रहिंदा है। भाव उत्थे सर्दी बहुत घट पैंदी है जां ना दे बराबर ही है। ठीक है, तो इसलिए असी कह सकते हैं कि भारत दे विच उत्तरी ਜਾਂ ਹਿਮਾਲਿਆ ਪਰਬਤ ਵਾਲੇ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਬਾਕੀ ਖੇਤਰਾਂ ਦੇ ਵਿੱਚ ਤਾਪਮਾਨ ਹੈ ਜਿਹੜਾ ਸਾਰਾ ਸਾਲ ਉੱਚਾ ਰਹਿੰਦਾ ਹੈ। ਇਸ ਲਈ ਭਾਰਤ ਨੂੰ ਜਲਵਾਯੂ ਗਰਮ ਜਲਵਾਯੂ ਵਾਲਾ ਦੇਸ਼ ਵੀ ਮੰਨਿਆ ਜਾਂਦਾ ਹੈ। ਨੈਕਸਟ ਪੁਆਇੰਟ ਹੈ ਧਰਾਤਲ। ਉੱਤਰ ਵਿੱਚ ਪੂਰਬ ਪੱਛਮੀ ਦਿਸ਼ਾ ਵਿੱਚ ਫੈਲੀ ਹੋਈ ਉੱਚੀ ਹਿਮਾਲਿਆ ਪਰਬਤ ਲੜੀ ਦਾ ਦੇਸ਼ ਦੇ ਜਲਵਾਯੂ ਤੇ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ। ਭਾਰਤ ਦੇ ਉੱਤਰ ਦੇ ਵਿੱਚ ਜੰਮੂ ਕਸ਼ਮੀਰ ਵਾਲੇ ਸਾਈਡ ਤੇ ਉੱਤਰ ਦੇ ਵਿੱਚ ਪੂਰਬ ਪੱਛਮੀ ਦਿਸ਼ਾ ਵਿੱਚ ਹਿਮਾਲਿਆ ਪਰਬਤ ਲੜੀ ਹੈ ਜਿਹੜੀ ਉਹ ਫੈਲੀ ਹੋਈ ਹੈ। ਤਾਂ ਭਾਰਤ ਦੇ ਵਿੱਚ ਇਸ ਹਿਮਾਲਿਆ ਪਰਬਤ ਦਾ ਭਾਰਤ ਦੇ ਜਲਵਾਯੂ ਦੇ ਉੱਤੇ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ। ਇੱਕ ਤਾਂ ਹਿਮਾਲਿਆ ਪਰਬਤ ਮੱਧ ਏਸ਼ੀਆ ਦੇ ਵਿੱਚੋਂ ਜਿਹੜੀਆਂ ਸ਼ੀਤ ਲਹਿਰਾਂ ਜਾਂ ਬਰਫੀਲੀਆਂ ਲਹਿਰਾਂ ਨੇ ਜਿਹੜੀਆਂ ਉਹ ਭਾਰਤ ਦੇ ਵਿੱਚ ਆਉਣ ਤੋਂ ਬਚਾਉਂਦੀਆਂ ਹਨ। ਜੇਕਰ ਇਹ ਹਿਮਾਲਿਆ ਪਰਬਤ ਨਾ ਹੁੰਦਾ ਤਾਂ ਭਾਰਤ ਵੀ ਇੱਕ ਠੰਡਾ ਜਲਵਾਯੂ ਵਾਲਾ ਦੇਸ਼ ਹੋਣਾ ਸੀ। ਤਾਂ ਹਿਮਾਲਿਆ ਪਰਬਤ ਇਹਨਾਂ ਸ਼ੀਤ ਲਹਿਰਾਂ ਨੂੰ ਜਾਂ ਬਰਫੀਲੇ ਤੂਫਾਨਾਂ ਨੂੰ ਭਾਰਤ ਦੇ ਵਿੱਚ ਆਉਣ ਤੋਂ ਰੋਕਦਾ ਹੈ, ਜਿਸ ਕਰਕੇ ਨਾਲ ਲੱਗਦੇ ਮੈਦਾਨੀ ਭਾਗਾਂ ਦੇ ਵਿੱਚ ਤਾਪਮਾਨ ਜਮਾਊ ਦਰਜੇ ਤੋਂ ਵੀ ਉੱਪਰ ਰਹਿੰਦੇ ਹਨ। ਤਾਂ ਦੂਸਰੇ ਪਾਸੇ ਇਹ ਲੜੀ ਉੱਚੀ ਹੋਣ ਕਰਕੇ ਹਿਮਾਲਿਆ ਪਰਬਤ ਲੜੀ ਉੱਚੀ ਹੋਣ ਕਰਕੇ ਖਾੜੀ ਬੰਗਾਲ ਤੋਂ ਜਿਹੜੀਆਂ ਮਾਨਸੂਨ ਪੌਣਾਂ ਆਉਂਦੀਆਂ ਨੇ ਉਹਨਾਂ ਦੇ ਰਸਤੇ ਦੇ ਵਿੱਚ ਇਹ ਇੱਕ ਬਹੁਤ ਵੱਡੀ ਰੁਕਾਵਟ ਬਣਦੇ ਹਨ। ਮੀਨਸ ਉਹਨਾਂ ਪੌਣਾਂ ਨੂੰ ਹਿਮਾਲਿਆ ਪਰਬਤ ਅੱਗੇ ਨਹੀਂ ਜਾਣ ਦਿੰਦਾ। ਤਾਂ ਇਹ ਪੌਣਾ ਹਿਮਾਲਿਆ ਪਰਬਤ ਨਾਲ ਟਕਰਾ ਕੇ ਜਿਹੜੀਆਂ ਉੱਤਰ ਪੱਛਮੀ ਭਾਗਾਂ ਵੱਲ ਇਹ ਪੌਣਾਂ ਨੇ ਜਿਹੜੀਆਂ ਉਹ ਉੱਥੋਂ ਮੋੜ ਦਿੰਦਾ ਹੈ, ਜਿਸ ਕਰਕੇ ਉਹਨਾਂ ਭਾਗਾਂ ਦੇ ਵਿੱਚ ਅੱਤ ਦੀ ਗਰਮੀ ਅਤੇ ਖੁਸ਼ਕ ਮੌਸਮ ਦੇ ਵਿੱਚ ਤਬਦੀਲੀ ਲਿਆ ਦਿੰਦੀਆਂ ਹਨ। ਜਿਹੜੀਆਂ ਇਹ ਪੌਣਾਂ ਨੇ ਹਿਮਾਲਿਆ ਪਰਬਤ ਨਾਲ ਟਕਰਾ ਕੇ ਭਾਰਤ ਦੇ ਉੱਤਰੀ ਪੱਛਮੀ ਭਾਗਾਂ ਵੱਲ ਇਹ ਪੌਣਾਂ ਨੇ ਜਿਹੜੀਆਂ ਉਹ ਮੁੜ ਜਾਂਦੀਆਂ ਹਨ ਤੇ ਇਸ ਖੇਤਰ ਦੇ ਵਿੱਚ ਅੱਤ ਦੀ ਗਰਮੀ ਤੇ ਖੁਸ਼ਕ ਮੌਸਮ ਦੇ ਵਿੱਚ ਤਬਦੀਲੀ ਲਿਆ ਦਿੰਦੀਆਂ ਹਨ। ਭਾਗ ਉੱਥੇ ਵਰਖਾ ਕਰਕੇ ਮੌਸਮ ਆ ਜਿਹੜਾ ਉਹ ਵਧੀਆ ਬਣਾ ਦਿੰਦੀਆਂ ਹਨ। ਇਹਨਾਂ ਪੌਣਾਂ ਦੁਆਰਾ ਸਮੁੰਦਰ ਤਲ ਦੇ ਸਾਹਮਣੇ ਵਾਲੇ ਪੱਛਮੀ ਘਾਟ ਅਤੇ ਅਸਾਮ ਦੀਆਂ ਪਹਾੜੀਆਂ ਤੇ ਵੀ ਜ਼ਿਆਦਾ ਵਰਖਾ ਹੁੰਦੀ ਹੈ।
ਤਾਂ ਜਿਹੜੀਆਂ ਇਹ ਪੌਣਾਂ ਨੇ, ਇਹਨਾਂ ਪੌਣਾਂ ਦੇ ਕਾਰਨ ਅਸਾਮ ਦੀਆਂ ਪਹਾੜੀਆਂ 'ਤੇ ਵੀ ਜ਼ਿਆਦਾ ਵਰਖਾ ਹੁੰਦੀ ਹੈ ਅਤੇ ਦੱਖਣੀ ਭਾਰਤ ਦੇ ਵਿੱਚ ਜੋ ਪੱਛਮੀ ਘਾਟ ਹੈ, ਇਹ ਪੌਣਾ ਪੱਛਮੀ ਘਾਟ ਨਾਲ ਟਕਰਾ ਕੇ ਪੱਛਮੀ ਘਾਟ ਦੇ ਉੱਪਰ ਵੀ ਖੂਬ ਵਰਖਾ ਕਰਦੀਆਂ ਹਨ। ਪਰ ਦੱਖਣ ਦੇ ਪਠਾਰ ਅਤੇ ਟਰਾਂਸ ਹਿਮਾਲਿਆ ਦੇ ਖੇਤਰ ਪੌਣ ਵਿਮੁਖੀ ਢਲਾਨ 'ਤੇ ਸਥਿਤ ਹੋਣ ਕਾਰਨ ਵਰਖਾ ਛਾਇਆ ਹਿੱਸੇ ਵਿੱਚ ਆ ਜਾਣ ਕਾਰਨ ਖੁਸ਼ਕ ਰਹਿ ਜਾਂਦੇ ਹਨ। ਤਾਂ ਬੱਚਿਓ, ਇੱਥੇ ਪੌਣ ਵਿਮੁਖੀ ਢਲਾਨ ਤੇ ਪੌਣ ਮੁਖੀ ਢਲਾਨ ਬਾਰੇ ਤੁਹਾਨੂੰ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਕਿ ਆਪਾਂ ਦੇਖਾਂਗੇ ਜਿਹੜੀਆਂ ਪੌਣਾਂ ਨੇ ਉਹ ਇਸ ਤਰ੍ਹਾਂ ਆਉਂਦੀਆਂ ਨੇ ਤੇ ਇਸ ਤਰ੍ਹਾਂ ਆ ਕੇ ਇਹ ਪਰਬਤ ਨਾਲ ਟਕਰਾ ਕੇ ਇੱਥੇ ਵਰਖਾ ਕਰਦੀਆਂ ਹਨ। ਤਾਂ ਇਹ ਪਰਬਤ ਉੱਚਾ ਹੋਣ ਕਰਕੇ ਇਹ ਪੌਣਾਂ ਨੂੰ ਦੂਸਰੀ ਸਾਈਡ 'ਤੇ ਨਹੀਂ ਜਾਣ ਦਿੰਦਾ। ਤਾਂ ਇਸ ਕਰਕੇ ਜਿਹੜਾ ਇਹ ਵਾਲਾ ਖੇਤਰ ਹੈ, ਇਸ ਨੂੰ ਕਹਿੰਦੇ ਨੇ ਪੌਣ ਵਿਮੁਖੀ ਢਲਾਨ। ਤਾਂ ਇਹ ਵਾਲਾ ਖੇਤਰ ਹੈ ਜਿਹੜਾ ਉਹ ਵਰਖਾ ਤੋਂ ਬਿਨਾਂ ਹੀ ਰਹਿ ਜਾਂਦਾ ਹੈ ਤੇ ਇਹ ਵਾਲਾ ਖੇਤਰ ਹੈ ਜਿਹੜਾ ਉਸ ਨੂੰ ਕਹਿੰਦੇ ਹਨ ਪੌਣ ਮੁਖੀ ਢਲਾਨ। ਠੀਕ ਹੈ। ਤਾਂ ਜਿਹੜੀਆਂ ਪੌਣਾਂ ਆਉਂਦੀਆਂ ਨੇ ਉਹ ਪਰਬਤ ਨਾਲ ਟਕਰਾ ਕੇ, ਪਹਾੜੀਆਂ ਨਾਲ ਟਕਰਾ ਕੇ ਉਸ ਖੇਤਰ ਦੇ ਵਿੱਚ ਵਰਖਾ ਕਰਦੀਆਂ ਹਨ ਤੇ ਪਰਬਤ ਤੋਂ ਦੂਸਰੇ ਵਾਲਾ ਹਿੱਸਾ ਜਿਹੜਾ ਉਹ ਵਰਖਾ ਤੋਂ ਬਿਨਾਂ ਹੀ ਰਹਿ ਜਾਂਦਾ ਹੈ ਤੇ ਇਸ ਨੂੰ ਕਹਿੰਦੇ ਨੇ ਪੌਣ ਵਿਮੁਖੀ ਢਲਾਨ ਤੇ ਇਸ ਨੂੰ ਕਹਿੰਦੇ ਨੇ ਪੌਣ ਮੁਖੀ ਢਲਾਨ। ਅੱਗੇ ਪੜਾਂਗੇ ਆਪਾਂ। ਇਸੇ ਤਰ੍ਹਾਂ ਅਰਾਵਲੀ ਪਰਬਤ ਖੇਤਰ ਵੀ ਦੱਖਣ ਪੱਛਮੀ ਮਾਨਸੂਨ ਪੌਣਾਂ ਦੀ ਦਿਸ਼ਾ। ਤਾਂ ਜਿਹੜੀਆਂ ਗਰਮੀ ਦੀਆਂ ਮਾਨਸੂਨ ਪੌਣਾਂ ਆਉਂਦੀਆਂ ਨੇ, ਦੱਖਣ ਪੱਛਮੀ ਮਾਨਸੂਨ ਪੌਣਾਂ, ਉਹ ਅਰਬ ਸਾਗਰ ਤੋਂ ਜਦੋਂ ਚੱਲਦੀਆਂ ਹਨ ਤਾਂ ਉਹ ਪੌਣਾਂ ਨੇ ਜਿਹੜੀਆਂ ਉਹ ਅਰਾਵਲੀ ਪਰਬਤ ਦੇ ਬਿਲਕੁਲ ਸਮਾਨ ਅੰਤਰ ਹੁੰਦੀਆਂ ਹਨ ਤੇ ਇਹ ਪੌਣਾਂ ਅਰਾਵਲੀ ਪਰਬਤ ਨੂੰ ਟਕਰਾਏ ਬਿਨਾਂ ਅੱਗੇ ਲੰਘ ਜਾਂਦੀਆਂ ਹਨ, ਜਿਸ ਕਾਰਨ ਉਸ ਖੇਤਰ ਦੇ ਵਿੱਚ ਵਰਖਾ ਨਹੀਂ ਹੁੰਦੀ ਤੇ ਉਹ ਖੇਤਰ ਹੈ ਜਿਹੜਾ ਖੁਸ਼ਕ ਰਹਿ ਜਾਂਦਾ ਹੈ। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਧਰਾਤਲ ਆ ਉਹ ਵੀ ਕਿਸੇ ਖੇਤਰ ਦੇ ਜਲਵਾਯੂ ਨੂੰ ਨਿਰਧਾਰਿਤ ਕਰਨ ਵਾਲਾ ਇੱਕ ਤੱਤ ਹੈ ਤੇ ਇਹ ਪਿਕਚਰ ਦੇ ਵਿੱਚ ਵੀ ਅਸੀਂ ਸਪਸ਼ਟ ਤੌਰ ਤੇ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਮੌਨਸੂਨ ਪੌਣਾਂ ਆਉਂਦੀਆਂ ਹਨ ਤੇ ਪਹਾੜੀ ਨਾਲ ਟਕਰਾ ਕੇ ਪੌਣ ਮੁਖੀ ਢਲਾਨਾਂ ਦੇ ਉੱਤੇ ਇਹ ਵਰਖਾ ਕਰਦੀਆਂ ਹਨ। ਤਾਂ ਦੂਸਰੇ ਪਾਸੇ ਜਿੱਧਰ ਇਹ ਸੂਰਜ ਚਮਕ ਰਿਹਾ ਹੈ, ਇਸ ਨੂੰ ਕਹਿੰਦੇ ਨੇ ਪੌਣ ਵਿਮੁਖੀ ਢਲਾਨ ਤੇ ਇਹ ਖੇਤਰ ਹੈ ਜਿਹੜਾ ਵਰਖਾ ਤੋਂ ਬਿਨਾਂ ਰਹਿ ਜਾਂਦਾ ਹੈ। ਨੈਕਸਟ ਪੁਆਇੰਟ ਹੈ ਵਾਯੂਦਾਬ ਪ੍ਰਣਾਲੀ। ਗਰਮੀਆਂ ਦੀ ਰੁੱਤ ਸ਼ੁਰੂ ਹੋਣ ਨਾਲ ਹੀ ਸੂਰਜ ਦੀਆਂ ਸਿੱਧੀਆਂ ਕਿਰਨਾਂ ਉੱਤਰੀ ਗੋਲਾ ਅਰਧ ਵਿੱਚ ਕਰਕ ਰੇਖਾ ਵੱਲ ਵਧਣ ਲੱਗਦੀਆਂ ਹਨ। ਪਿਆਰੇ ਬੱਚਿਓ, ਜਿਹੜੀ ਪ੍ਰਿਥਵੀ ਆ ਉਹ ਇੱਕ ਤਾਂ ਸੂਰਜ ਦੇ ਆਲੇ ਦੁਆਲੇ ਘੁੰਮਦੀ ਹੈ ਤੇ ਦੂਜਾ ਉਹ ਆਪਣੇ ਐਕਸਿਸ ਦੇ ਆਲੇ ਦੁਆਲੇ ਘੁੰਮਦੀ ਹੈ। ਜਦੋਂ ਸੂਰਜ ਦੇ ਦੁਆਲੇ ਪ੍ਰਿਥਵੀ ਆਪਣਾ ਇੱਕ ਚੱਕਰ ਪੂਰਾ ਕਰਦੀ ਹੈ 365 ਦਿਨਾਂ ਦੇ ਵਿੱਚ, ਤਾਂ ਐਕਸਿਸ ਦੇ ਆਲੇ ਦੁਆਲੇ ਜਿਹੜਾ ਆਪਣਾ ਚੱਕਰ ਪੂਰਾ ਕਰਦੀ ਹੈ ਉਹ 24 ਘੰਟਿਆਂ ਦੇ ਵਿੱਚ ਕਰਦੀ ਹੈ। ਤਾਂ ਗਰਮੀਆਂ ਦੀ ਰੁੱਤ ਦੇ ਵਿੱਚ ਸ਼ੁਰੂ ਹੋਣ ਨਾਲ ਹੀ ਸੂਰਜ ਦੀਆਂ ਜਿਹੜੀਆਂ ਸਿੱਧੀਆਂ ਕਿਰਨਾਂ ਨੇ ਉਹ ਉੱਤਰੀ ਗੋਲਾ ਅਰਧ ਵਿੱਚ ਕਰਕ ਰੇਖਾ ਵੱਲ ਵਧਣ ਲੱਗਦੀਆਂ ਹਨ, ਜਿਸ ਦੇ ਨਤੀਜੇ ਵਜੋਂ ਉੱਤਰੀ ਭਾਗਾਂ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ। ਤਾਂ ਗਰਮੀਆਂ ਦਾ ਜਦੋਂ ਮੌਸਮ ਆਉਂਦਾ ਹੈ ਤਾਂ ਉਸ ਸਮੇਂ ਜਿਹੜਾ ਸੂਰਜ ਆ ਉਹ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਉਹ ਕਰਕ ਰੇਖਾ ਦੇ ਉੱਪਰ ਸਿੱਧੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਸ ਦੇ ਕਾਰਨ ਉੱਤਰੀ ਅਰਧ ਗੋਲੇ ਦੇ ਵਿੱਚ ਤਾਪਮਾਨ ਹੈ ਜਿਹੜਾ
ਵਧਣਾ ਸ਼ੁਰੂ ਹੋ ਜਾਂਦਾ ਹੈ, ਜਿਸ ਦੇ ਕਾਰਨ ਉੱਥੇ ਘੱਟ ਵਾਯੂ ਦਾਬ ਕੇਂਦਰ ਨੇ ਜਿਹੜੇ ਉਹ ਬਣਨੇ ਸ਼ੁਰੂ ਹੋ ਜਾਂਦੇ ਹਨ, ਜਿਸ ਦੇ ਨਤੀਜੇ ਵਜੋਂ ਉੱਤਰੀ ਭਾਗਾਂ ਦੇ ਵਿੱਚ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਦੱਖਣੀ ਅਰਧਗੋਲੇ ਦੇ ਵਿੱਚ ਤਾਪਮਾਨ ਹੈ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ। ਤਾਪਮਾਨ ਦੇ ਵਾਧੇ ਦੇ ਨਾਲ ਹੀ ਉੱਤਰੀ ਵਿਸ਼ਾਲ ਮੈਦਾਨਾਂ ਵਿੱਚ ਘੱਟ ਹਵਾ ਦਬਾਅ ਦੇ ਕੇਂਦਰ ਬਣਨੇ ਸ਼ੁਰੂ ਹੋ ਜਾਂਦੇ ਹਨ। ਘੱਟ ਹਵਾ ਦਬਾਅ ਦੇ ਖੇਤਰ ਨੇ ਜਿਹੜੇ ਕੇਂਦਰ ਨੇ ਉਹ ਹਮੇਸ਼ਾ ਜਿੱਥੇ ਤਾਪਮਾਨ ਵੱਧ ਹੁੰਦਾ ਹੈ ਉੱਥੇ ਘੱਟ ਹਵਾ ਦਬਾਅ ਦੇ ਕੇਂਦਰ ਨੇ ਜਿਹੜੇ ਬਣਦੇ ਹਨ, ਜਿਨ੍ਹਾਂ ਨੂੰ ਅੰਤਰ ਉਸ਼ਣ ਸੁਮੇਲ ਖੇਤਰ ਇੰਟਰ ਟ੍ਰੋਪੀਕਲ ਕਨਵਰਜੈਂਸ ਜ਼ੋਨ ਵੀ ਕਿਹਾ ਜਾਂਦਾ ਹੈ। ਇਸ ਦਾ ਸ਼ਾਰਟਕਟ ਨਾਮ ਹੈ ITCZ। ਜਿਸ ਤਰ੍ਹਾਂ ਪਿਕਚਰ ਦੇ ਵਿੱਚ ਆਪਾਂ ਦੇਖਾਂਗੇ, ਜਿਹੜੀ ਇਹ ਰੈੱਡ ਵਾਲੀ ਲਾਈਨ ਆ ਇਹ ਹੈ ITCZ, ਇੰਟਰ ਟ੍ਰੋਪੀਕਲ ਕਨਵਰਜੈਂਸ ਜ਼ੋਨ। ਪੰਜਾਬੀ ਦੇ ਵਿੱਚ ਇਸ ਨੂੰ ਕਹਿੰਦੇ ਨੇ ਅੰਤਰ ਊਸ਼ਣ ਸੁਮੇਲ ਖੇਤਰ। ਤਾਂ ਇਹ ਭੂ ਮੱਧ ਰੇਖਾ ਦੇ ਨੇੜੇ ਇਹ ਪੱਟੀ ਬਣਦੀ ਹੈ ਤੇ ਵਪਾਰਕ ਪੌਣਾਂ ਨੇ ਜਿਹੜੀਆਂ ਉਹ ਵੱਧ ਦਬਾਅ ਖੇਤਰ ਦੇ ਵਿੱਚੋਂ ਚੱਲ ਕੇ ਘੱਟ ਦਬਾਅ ਖੇਤਰ ਵੱਲ ਵੱਧਦੀਆਂ ਹਨ ਤੇ ITCZ ਜਿਹੜੀ ਪੱਟੀ ਆ ਉਹ ਇੱਥੇ ਭੂ ਮੱਧ ਰੇਖਾ ਦੇ ਉੱਪਰ ਬਣਦੀ ਹੈ। ਗਰਮੀਆਂ ਦੇ ਵਿੱਚ ਇਹ ਪੱਟੀ ਹੈ ਜਿਹੜੀ ਖਿਸਕ ਕੇ ਭਾਰਤ ਵਾਲੀ ਸਾਈਡ ਆ ਜਾਂਦੀ ਹੈ ਤੇ ਇਹ ਗੰਗਾ ਦੇ ਜਿਹੜੇ ਮੈਦਾਨੀ ਭਾਗ ਨੇ ਇਹ ਪੱਟੀ ਖਿਸਕ ਕੇ ਕਰਕ ਰੇਖਾ ਵੱਲ, ਜਾਂ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਇਹ ਪੱਟੀ ਹੈ ਜਿਹੜੀ ਗੰਗਾ ਦੇ ਮੈਦਾਨ ਨੇ ਜਿਹੜੇ ਉੱਥੇ ਖਿਸਕ ਕੇ ਆ ਜਾਂਦੀ ਹੈ, ਜਿਸ ਦੇ ਕਾਰਨ ਉੱਥੇ ਘੱਟ ਹਵਾ ਦਬਾਅ ਦੇ ਕੇਂਦਰ ਨੇ ਜਿਹੜੇ ਬਣਨੇ ਸ਼ੁਰੂ ਹੋ ਜਾਂਦੇ ਹਨ ਤੇ ਦੱਖਣੀ ਪੱਛਮੀ ਜਿਹੜੀਆਂ ਦੱਖਣੀ ਅਰਧਗੋਲੇ ਤੋਂ ਪੌਣਾਂ ਨੇ ਉਹ ਬੜੀ ਤੇਜ਼ ਗਤੀ ਨਾਲ ਭੂ ਮੱਧ ਰੇਖਾ ਨੂੰ ਕ੍ਰੋਸ ਕਰਕੇ ਭਾਰਤ ਦੇ ਵਿੱਚ ਤੇਜ਼ ਗਤੀ ਨਾਲ ਦਾਖਲ ਹੁੰਦੀਆਂ ਹਨ ਤੇ ਸਰਦੀਆਂ ਵਿੱਚ ਇਹ ਮੈਦਾਨੀ ਭਾਗ ਜ਼ਿਆਦਾ ਠੰਡੇ ਹੋਣ ਕਾਰਨ ਵੱਧ ਦਬਾਅ ਕੇਂਦਰਾਂ ਵਿੱਚ ਤਬਦੀਲ ਹੋ ਜਾਂਦੇ ਹਨ। ਗਰਮੀਆਂ ਦੇ ਵਿੱਚ ਜਿਹੜੇ ਇਹ ਮੈਦਾਨ ਗਰਮ ਹੋਣ ਦੇ ਕਾਰਨ ਘੱਟ ਹਵਾ ਦਬਾਅ ਦੇ ਖੇਤਰ ਬਣਦੇ ਹਨ ਤੇ ਪੌਣਾਂ ਨੇ ਜਿਹੜੀਆਂ ਉਹ ਹਿੰਦ ਮਹਾਸਾਗਰ ਦੇ ਵਿੱਚੋਂ, ਅਰਬ ਸਾਗਰ ਅਤੇ ਖਾੜੀ ਬੰਗਾਲ ਦੇ ਵਿੱਚੋਂ ਦੀ ਹੋ ਕੇ ਭਾਰਤ ਦੇ ਵਿੱਚ ਐਂਟਰ ਕਰਦੀਆਂ ਹਨ। ਤਾਂ ਸਰਦੀਆਂ ਦੇ ਵਿੱਚ ਜਿਹੜਾ ਸੂਰਜ ਆ ਉਹ ਹੌਲੀ ਹੌਲੀ ਦੱਖਣੀ ਅਰਧ ਮਕਰ ਰੇਖਾ ਦੇ ਉੱਤੇ ਸਿੱਧਾ ਪੈਣਾ ਸ਼ੁਰੂ ਹੋ ਜਾਂਦਾ ਹੈ, ਜਿਸ ਦੇ ਕਾਰਨ ਉੱਤਰੀ ਅਰਧਗੋਲੇ ਦੇ ਵਿੱਚ ਤਾਪਮਾਨ ਹੈ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਇੱਥੇ ਵੱਧ ਦਬਾਅ ਕੇਂਦਰ, ਹਵਾ ਦੇ ਵੱਧ ਦਬਾਅ ਕੇਂਦਰ ਨੇ ਜਿਹੜੇ ਉਹ ਬਣਨੇ ਸ਼ੁਰੂ ਹੋ ਜਾਂਦੇ ਹਨ ਤੇ ਪੌਣਾਂ ਨੇ ਜਿਹੜੀਆਂ ਉਹ ਉਲਟ ਡਾਇਰੈਕਸ਼ਨ ਵੱਲ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਭਾਵ ਜਿਹੜੀਆਂ ਪੌਣਾਂ ਨੇ ਉਹ ਵੱਧ ਹਵਾ ਦਬਾਅ ਕੇਂਦਰ ਤੋਂ ਘੱਟ ਹਵਾ ਦਬਾਅ ਕੇਂਦਰ ਵੱਲ ਚੱਲਦੀਆਂ ਹਨ। ਨੈਕਸਟ ਹੈ ਮੌਸਮੀ ਪੌਣਾ। ਦੇਸ਼ ਦੇ ਅੰਦਰ ਗਰਮੀ ਅਤੇ ਸਰਦੀ ਦੇ ਮੌਸਮ ਸਮੇਂ ਹਵਾ ਦੇ ਦਬਾਅ ਦੀ ਤਬਦੀਲੀ ਹੋ ਜਾਣ ਕਾਰਨ ਮੌਸਮੀ ਪੌਣਾ ਚੱਲਦੀਆਂ ਹਨ। ਇਹ ਪੌਣਾ ਗਰਮੀਆਂ ਦੇ 6 ਮਹੀਨੇ ਸਮੁੰਦਰ ਤੋਂ ਥਲ ਵੱਲ ਅਤੇ ਸਰਦੀਆਂ ਦੇ 6 ਮਹੀਨੇ ਥਲ ਤੋਂ ਸਮੁੰਦਰ ਵੱਲ ਚੱਲਦੀਆਂ ਹਨ। ਤੁਹਾਨੂੰ ਮੈਂ ਪਹਿਲਾਂ ਵੀ ਸਮਝਾਇਆ ਸੀ ਕਿ ਜਿਹੜੀਆਂ ਇਹ ਪੌਣਾਂ ਨੇ, ਜਿਹੜੀਆਂ ਹਵਾਵਾਂ ਨੇ, ਇਹ ਹਮੇਸ਼ਾ ਵੱਧ ਵਾਯੂ ਦਾਬ ਹਾਈ ਪ੍ਰੈਸ਼ਰ ਜ਼ੋਨ ਦੇ ਤੋਂ ਲੋ ਪ੍ਰੈਸ਼ਰ ਵੱਲ ਚੱਲਦੀਆਂ ਹਨ। ਮਤਲਬ ਵੱਧ ਹਵਾ ਦਬਾਅ ਖੇਤਰ ਤੋਂ ਘੱਟ ਹਵਾ ਦਬਾਅ ਖੇਤਰ ਵੱਲ ਚੱਲਦੀਆਂ ਹਨ। ਇੱਕ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਸਮਝਾ ਰਿਹਾ। ਜਿਸ ਤਰ੍ਹਾਂ ਆਪਾਂ ਦੇਖੀਏ ਇਹ ਧਰਾਤਲ ਆ, ਇਹ ਸਮੁੰਦਰ ਆ।
ਇਹ ਪਾਣੀ ਹੈ ਸਮੁੰਦਰ ਦੇ ਵਿੱਚ। ਇਹ ਸੂਰਜ ਤੇ ਸੂਰਜ ਦੀਆਂ ਕਿਰਨਾਂ ਨੇ ਜਿਹੜੀਆਂ ਉਹ ਪ੍ਰਿਥਵੀ ਦੇ ਉੱਪਰ ਸਿੱਧੀਆਂ ਪੈਂਦੀਆਂ ਹਨ ਤੇ ਇਹ ਧਰਾਤਲ ਨੂੰ ਗਰਮ ਕਰਦੀ ਹੈ। ਤਾਂ ਗਰਮ ਹੋਣ ਦੇ ਕਾਰਨ ਧਰਾਤਲ ਦੇ ਉੱਤੇ ਕਿਹੜੇ ਖੇਤਰ ਬਣਨਗੇ? ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਜਿਹੜੇ ਗਰਮ ਖੇਤਰ ਨੇ, ਲੋ ਪ੍ਰੈਸ਼ਰ ਜਿਹੜੀ ਜ਼ੋਨ ਬਣਦੇ ਨੇ, ਉਹ ਹਮੇਸ਼ਾ ਗਰਮ ਸਥਾਨ ਦੇ ਉੱਤੇ ਬਣਦੇ ਹਨ। ਤਾਂ ਇੱਥੇ ਹੈ ਜਿਹੜਾ ਲੋ ਪ੍ਰੈਸ਼ਰ ਬਣਦਾ 에ਅਰ ਦਾ, ਇੱਥੇ ਹਾਈ ਬਣਦਾ। ਤਾਂ ਜਿਹੜੀਆਂ ਪੌਣਾਂ ਨੇ ਹਮੇਸ਼ਾ ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ ਵੱਲ ਚੱਲਦੀਆਂ ਹਨ। ਤਾਂ ਇੱਥੇ ਆ ਕੇ ਇਹ ਪੌਣਾਂ ਲੋ ਪ੍ਰੈਸ਼ਰ ਤੇ ਛੱਡਦੀਆਂ ਹਨ ਤੇ ਉਸ ਤੋਂ ਬਾਅਦ ਇਹ ਪੌਣਾਂ ਉੱਪਰ ਵੱਲ ਜਾਂਦੀਆਂ ਹਨ ਤੇ ਬੱਦਲ ਬਣਦੇ ਹਨ। ਤਾਂ ਉੱਪਰ ਹਵਾ ਜਿਹੜੀ ਉਹ ਠੰਡੀ ਹੁੰਦੀ ਹੈ। ਜਦੋਂ ਇਹ ਬੱਦਲ ਆਪਣੇ ਵਿੱਚ ਇਹਨਾਂ ਪੌਣਾਂ ਦੀ ਜਿਹੜੀ ਨਮੀ ਆ ਰੱਖਣ ਦੇ ਵਿੱਚ ਅਸਮਰਥ ਹੋ ਜਾਂਦੇ ਹਨ, ਤਾਂ ਇਹ ਵਰਖਾ ਦੇ ਰੂਪ ਦੇ ਵਿੱਚ ਪਾਣੀ ਹੈ ਜਿਹੜਾ ਉਹ ਧਰਤੀ ਦੇ ਉੱਤੇ ਗੇਰਦੇ ਹਨ। ਤਾਂ ਜਿਹੜੀਆਂ ਪੌਣਾਂ ਨੇ ਇਹ 6-6 ਮਹੀਨਿਆਂ ਬਾਅਦ ਦਿਸ਼ਾ ਬਦਲਦੀਆਂ ਹਨ। ਤਾਂ ਗਰਮੀਆਂ ਦੇ ਵਿੱਚ ਜਿਹੜੀਆਂ ਇਹ ਪੌਣਾਂ ਨੇ ਸਮੁੰਦਰ ਤੋਂ ਥਲ ਵੱਲ ਚੱਲਦੀਆਂ ਹਨ ਤੇ ਸਰਦੀ ਦੇ ਵਿੱਚ ਇਹ ਥਲ ਤੋਂ ਸਮੁੰਦਰ ਵੱਲ ਚੱਲਦੀਆਂ ਹਨ। ਨੈਕਸਟ ਪੁਆਇੰਟ ਹੈ, ਧਰਾਤਲ ਤੇ ਚੱਲਣ ਵਾਲੀਆਂ ਇਹਨਾਂ ਮੌਸਮੀ ਪੌਣਾਂ ਦੀ ਦਿਸ਼ਾ ਨੂੰ ਧਰਾਤਲ ਤੋਂ 3 ਕਿਲੋਮੀਟਰ ਉਚਾਈ ਤੇ ਵਹਿਣ ਵਾਲੀ ਉੱਪਰਲੀ ਹਵਾ ਦਾ ਸੰਚਾਰੀ ਚੱਕਰ ਵੀ ਪ੍ਰਭਾਵਿਤ ਕਰਦਾ ਹੈ। ਤਾਂ ਜਿਹੜੀਆਂ ਧਰਾਤਲ ਤੇ ਮੌਸਮੀ ਪੌਣਾਂ ਚੱਲਦੀਆਂ ਹਨ, ਤਾਂ ਇਹਨਾਂ ਪੌਣਾਂ ਨੂੰ ਧਰਤੀ ਤੋਂ ਉੱਪਰ, ਧਰਾਤਲ ਤੋਂ ਉੱਪਰ 3 ਕਿਲੋਮੀਟਰ ਦੀ ਉਚਾਈ ਤੇ ਜਿਹੜੀਆਂ ਹਵਾਵਾਂ ਚੱਲਦੀਆਂ ਹਨ, ਉਹ ਇਹਨਾਂ ਮੌਸਮੀ ਪੌਣਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਤਾਂ ਉਸ ਨੂੰ ਜੈਟ ਸਟ੍ਰੀਮ ਕਹਿੰਦੇ ਹਨ। ਤਾਂ ਧਰਤੀ ਤੋਂ 3 ਕਿਲੋਮੀਟਰ ਦੀ ਉਚਾਈ ਦੇ ਉੱਪਰ ਜਿਹੜੀਆਂ ਹਵਾਵਾਂ ਚੱਲਦੀਆਂ ਹਨ, ਉਸ ਨੂੰ ਜੈਟ ਸਟ੍ਰੀਮ ਕਹਿੰਦੀਆਂ ਹਨ, ਜਿਹੜੀ ਮੌਸਮੀ ਪੌਣਾਂ ਦੀ ਦਿਸ਼ਾ ਨੂੰ ਪ੍ਰਭਾਵਿਤ ਕਰਦੀਆਂ ਹਨ। ਤਾਂ ਪਿਕਚਰ ਦੇ ਵਿੱਚ ਆਪਾਂ ਦੇਖ ਸਕਦੇ ਹਾਂ। ਤਾਂ ਗਰਮੀਆਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈ ਸਮਰ, ਗਰਮੀਆਂ ਦੇ ਵਿੱਚ ਇਹ ਪੌਣਾਂ ਨੇ ਜਿਹੜੀਆਂ ਹਿੰਦ ਮਹਾਸਾਗਰ ਤੋਂ ਮਤਲਬ ਅਰਬ ਸਾਗਰ ਉੱਪਰ ਦੀ ਅਤੇ ਬੰਗਾਲ ਦੀ ਖਾੜੀ ਉੱਪਰ ਦੀ ਭਾਰਤ ਦੇ ਵਿੱਚ ਐਂਟਰ ਹੁੰਦੀਆਂ ਹਨ ਤੇ ਭਾਰਤ ਦੇ ਵਿੱਚ ਲੋ ਪ੍ਰੈਸ਼ਰ ਦੇ ਜਿਹੜੇ ਜ਼ੋਨ ਨੇ ਉਹ ਬਣਿਆ ਹੁੰਦਾ, ਕਿਉਂਕਿ ਸੂਰਜ ਹੈ ਜਿਹੜਾ ਉਹ ਕਰਕ ਰੇਖਾ ਤੇ ਸਿੱਧਾ ਪੈਂਦਾ ਹੈ ਤੇ ITCZ ਜਿਹੜੀ ਪੱਟੀ ਆ ਉਹ ਖਿਸਕ ਕੇ ਗੰਗਾ ਦੇ ਮੈਦਾਨ ਦੇ ਉੱਤੇ ਆ ਜਾਂਦੀ ਹੈ। ਇਸ ਕਰਕੇ ਇਹ ਪੌਣਾਂ ਨੇ ਜਿਹੜੀਆਂ ਵੱਧ ਬਾਜੂ ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ ਵੱਲ ਜਾਂਦੀਆਂ ਹਨ। ਸਰਦੀਆਂ ਦੇ ਵਿੱਚ ਜਿਹੜਾ ਸੂਰਜ ਆ ਉਹ ਹੌਲੀ ਹੌਲੀ ਖਿਸਕ ਕੇ ਸਿੱਧੀਆਂ ਕਿਰਨਾਂ ਨੇ ਜਿਹੜੀਆਂ ਸੂਰਜ ਦੀਆਂ ਉਹ ਦੱਖਣੀ ਅਰਧਗੋਲੇ ਦੇ ਮਕਰ ਰੇਖਾ ਉੱਤੇ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਭਾਰਤ ਦਾ ਜਿਹੜਾ ਟੈਂਪਰੇਚਰ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਇੱਥੇ ਹਾਈ ਪ੍ਰੈਸ਼ਰ ਜ਼ੋਨ ਬਣਨੇ ਨੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਹਨ। ਇਸ ਕਰਕੇ ਪੌਣਾਂ ਨੇ ਜਿਹੜੀਆਂ ਇਹ ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ ਵੱਲ ਜਾਣੀਆਂ ਸ਼ੁਰੂ ਹੋ ਜਾਂਦੀਆਂ ਹਨ। ਨੈਕਸਟ ਪੁਆਇੰਟ ਹੈ ਹਿੰਦ ਮਹਾਸਾਗਰ ਦੀ ਨੇੜਤਾ। ਸਮੁੱਚੇ ਦੇਸ਼ ਦੇ ਜਲਵਾਯੂ ਤੇ ਨਾਲ ਲੱਗਦੇ ਵਿਸ਼ਾਲ ਹਿੰਦ ਮਹਾਸਾਗਰ ਨੇ ਅਮਿੱਟ ਛਾਪ ਛੱਡੀ ਹੋਈ ਹੈ। ਹਿੰਦ ਮਹਾਸਾਗਰ ਦੀ ਪੱਧਰੀ ਸਤਹ ਹੋਣ ਕਾਰਨ ਭੂ-ਮੱਧ ਰੇਖਾ ਦੱਖਣੀ ਭਾਗਾਂ ਤੋਂ ਵੀ ਦੱਖਣੀ ਪੱਛਮੀ ਮਾਨਸੂਨ ਪੌਣਾਂ ਪੂਰੀ ਤੇਜ਼ੀ ਨਾਲ ਦੇਸ਼ ਅੰਦਰ ਦਾਖਲ ਹੁੰਦੀਆਂ ਹਨ। ਇਹ ਪੌਣਾਂ ਸਮੁੰਦਰੀ ਭਾਗਾਂ ਤੋਂ ਚੁੱਕੀ ਹੋਈ ਨਮੀ ਨੂੰ ਸਾਰੇ ਦੇਸ਼ ਵਿੱਚ ਖਿੰਡਾ ਕੇ ਪੂਰੀ ਜੀਵਨ ਸ਼ੈਲੀ ਵਿੱਚ ਜਾਨ ਪਾ ਦਿੰਦੀਆਂ ਹਨ। ਖਾੜੀ ਬੰਗਾਲ ਦੀ ਸਥਿਤੀ ਕਾਰਨ ਇਹ ਸਰਦੀਆਂ ਦੇ ਵਿੱਚ ਕੋਰੋ ਮੰਡਲ ਤਟ 'ਤੇ ਬਾਰਿਸ਼ ਹੁੰਦੀ ਹੈ। ਤਾਂ ਬੱਚਿਓ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਗਰਮੀਆਂ ਦੇ ਵਿੱਚ ਸੂਰਜ ਦੀਆਂ ਸਿੱਧੀਆਂ ਕਿਰਨਾਂ ਨੇ ਜਿਹੜੀਆਂ ਉਹ ਕਰਕ ਰੇਖਾ 'ਤੇ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਪੌਣਾਂ ਨੇ ਹਮੇਸ਼ਾ ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ ਵੱਲ ਜਾਣੀਆਂ ਸ਼ੁਰੂ ਹੋ ਜਾਂਦੀਆਂ ਹਨ। ਤਾਂ ਦੱਖਣੀ ਅਰਧਗੋਲੇ ਤੋਂ ਪੌਣਾਂ ਭੂ-ਮੱਧ ਰੇਖਾ ਨੂੰ ਕ੍ਰੋਸ ਕਰਕੇ ਭਾਰਤ ਦੇ ਵਿੱਚ
ਤੇਜ਼ ਗਤੀ ਨਾਲ ਐਂਟਰ ਹੁੰਦੀਆਂ ਹਨ। ਹਿੰਦ ਮਹਾਸਾਗਰ ਦੇ ਵਿੱਚ ਇਹ ਪੌਣਾ ਦੋ ਹਿੱਸਿਆਂ ਦੇ ਵਿੱਚ ਵੰਡੀਆਂ ਜਾਂਦੀਆਂ ਹਨ। ਇੱਕ ਪੌਣਾ ਨੇ ਜਿਹੜੀਆਂ ਉਹ ਅਰਬ ਸਾਗਰ ਦੇ ਉੱਪਰ ਦੀ ਭਾਰਤ ਦੇ ਵਿੱਚ ਦਾਖਲ ਹੁੰਦੀਆਂ ਹਨ, ਅਤੇ ਦੂਜੇ ਪੌਣਾ ਨੇ ਜਿਹੜੀਆਂ ਉਹ ਬੰਗਾਲ ਦੀ ਖਾੜੀ ਉੱਪਰ ਦੀ ਭਾਰਤ ਦੇ ਵਿੱਚ ਦਾਖਲ ਹੁੰਦੀਆਂ ਹਨ। ਤਾਂ ਸਮੁੰਦਰ ਦੇ ਵਿੱਚੋਂ ਇਹ ਪੌਣਾ ਨਮੀ ਚੁੱਕ ਕੇ ਭਾਰਤ ਦੇ ਵਿੱਚ ਖੂਬ ਵਰਖਾ ਕਰਦੀਆਂ ਹਨ ਅਤੇ ਉੱਥੋਂ ਦੇ ਮੌਸਮ ਦੇ ਵਿੱਚ ਤਬਦੀਲੀ ਲਿਆਉਂਦੀਆਂ ਹਨ। ਤਾਂ ਦੂਜੇ ਪਾਸੇ ਦੇਖੀਏ ਤਾਂ ਖਾੜੀ ਬੰਗਾਲ ਦੀ ਸਥਿਤੀ ਕਾਰਨ ਹੀ ਸਰਦੀਆਂ ਵਿੱਚ ਕੋਰੋਮੰਡਲ 'ਤੇ ਬਾਰਿਸ਼ ਹੁੰਦੀ ਹੈ। ਜਦੋਂ ਸਰਦੀਆਂ ਦੇ ਵਿੱਚ ਪੌਣਾ ਵਾਪਸ ਮੁੜਦੀਆਂ ਹਨ, ਮਤਲਬ ਹਾਈ ਪ੍ਰੈਸ਼ਰ ਬੰਨੇ ਜ਼ੋਨ ਨੇ ਜਿਹੜੇ ਉਹ ਭਾਰਤ ਦੇ ਵਿੱਚ ਬਣਨੇ ਸ਼ੁਰੂ ਹੋ ਜਾਂਦੇ ਹਨ, ਅਤੇ ਜਦੋਂ ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ ਵੱਲ ਇਹ ਪੌਣਾ ਜਾਂਦੀਆਂ ਹਨ ਤਾਂ ਇਹ ਪੌਣਾ ਬੰਗਾਲ ਦੀ ਖਾੜੀ ਦੇ ਉੱਪਰੋਂ ਦੀ ਨਮੀ ਚੁੱਕ ਕੇ ਤਾਮਿਲਨਾਡੂ ਦੇ ਚੇਨਈ ਦੇ ਸਥਾਨ 'ਤੇ ਚੇਨਈ ਦੇ ਸਥਾਨ ਦੇ ਇਹ ਖੂਬ ਵਰਖਾ ਕਰਦੀਆਂ ਹਨ। ਤਾਂ ਦੱਖਣੀ ਭਾਰਤ ਦੇ ਵਿੱਚ ਇੱਕੋ ਇੱਕ ਸਟੇਟ ਹੈ ਤਾਮਿਲਨਾਡੂ, ਜਿੱਥੇ ਸਰਦੀਆਂ ਦੇ ਵਿੱਚ ਵਰਖਾ ਹੁੰਦੀ ਹੈ। ਤਾਂ ਇਸ ਤਰ੍ਹਾਂ ਇਹ ਜਿਹੜੇ ਤੱਤ ਨੇ ਕਿਸੇ ਖੇਤਰ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਦੇ ਹਨ। ਅੱਗੇ ਹੈ ਪਿਆਰੇ ਬੱਚਿਓ ਅਭਿਆਸ ਪ੍ਰਸ਼ਨ। ਜਿੰਨਾ ਚੈਪਟਰ ਆਪਾਂ ਨੇ ਪੜ੍ਹ ਲਿਆ, ਤੁਹਾਨੂੰ ਸਮਝਾਇਆ, ਤਾਂ ਉਹਨਾਂ ਦੇ ਵਿੱਚੋਂ ਹੀ ਥੋੜ੍ਹੇ ਜਿਹੇ ਪ੍ਰਸ਼ਨ ਨੇ ਜਿਹੜੇ ਉਹ ਤਿਆਰ ਕੀਤੇ ਹੋਏ ਨੇ, ਜਿਸ ਦੇ ਉੱਤਰ ਤੁਸੀਂ ਦੇਣੇ ਹਨ। ਪਹਿਲਾ ਪ੍ਰਸ਼ਨ ਹੈ, ਜਲਵਾਯੂ ਤੋਂ ਤੁਹਾਡਾ ਕੀ ਭਾਵ ਹੈ? ਤਾਂ ਇਸ ਦਾ ਉੱਤਰ ਹੈ, ਕਿਸੇ ਖੇਤਰ ਵਿੱਚ ਲੰਬੇ ਸਮੇਂ ਤੱਕ ਉੱਥੋਂ ਦੇ ਮੌਸਮੀ ਹਾਲਤਾਂ ਦਾ ਅਧਿਐਨ ਕੀਤਾ ਜਾਂਦਾ ਹੈ। ਮੌਸਮੀ ਹਾਲਤਾਂ ਦਾ ਅਧਿਐਨ ਮਤਲਬ ਕਿਸੇ ਖੇਤਰ ਦੇ ਤਾਪਮਾਨ ਕਿਸੇ ਖੇਤਰ ਦਾ ਤਾਪਮਾਨ ਕਿੰਨਾ ਹੈ ਅਤੇ ਉਸ ਖੇਤਰ ਦੇ ਵਿੱਚ ਦੀ ਹਵਾ ਦੇ ਵਿੱਚ ਨਮੀ ਦੀ ਮਾਤਰਾ ਕਿੰਨੀ ਹੈ। ਤਾਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਸ ਖੇਤਰ ਦੀਆਂ ਲੰਬੇ ਸਮੇਂ ਤੱਕ ਰਿਸਰਚ ਕੀਤੀ ਜਾਂਦੀ ਹੈ, ਅਤੇ ਉਸ ਆਧਾਰ ਦੇ ਉੱਪਰ ਹੀ ਉਸ ਖੇਤਰ ਦਾ ਜਲਵਾਯੂ ਹੈ ਜੋ ਨਿਸ਼ਚਿਤ ਕੀਤਾ ਜਾਂਦਾ ਹੈ। ਨੈਕਸਟ ਕੁਐਸਚਨ ਹੈ, ਜਲਵਾਯੂ ਨੂੰ ਕਿਹੜੇ ਤੱਤ ਨਿਰਧਾਰਿਤ ਕਰਦੇ ਹਨ? ਤਾਂ ਪਹਿਲਾਂ ਵੀ ਆਪਾਂ ਲੈਸਨ ਦੇ ਵਿੱਚ ਪੜ੍ਹ ਚੁੱਕੇ ਹਾਂ। 5 ਤੱਤ ਨੇ ਜਿਹੜੇ ਉਹ ਜਲਵਾਯੂ ਨੂੰ ਨਿਰਧਾਰਿਤ ਕਰਦੇ ਹਨ। ਸਭ ਤੋਂ ਪਹਿਲਾ ਹੈ ਭੂ ਮੱਧ ਰੇਖਾ ਤੋਂ ਦੂਰੀ, ਦੂਜਾ ਹੈ ਧਰਾਤਲ, ਤੀਜਾ ਹੈ ਵਾਯੂ ਦਾਬ ਪ੍ਰਣਾਲੀ, ਚੌਥਾ ਹੈ ਮੌਸਮੀ ਪੌਣਾ, ਪੰਜਵਾਂ ਹੈ ਹਿੰਦ ਮਹਾਸਾਗਰ ਦੀ ਨੇੜਤਾ। ਨੈਕਸਟ ਕੁਐਸਚਨ, ਦੇਸ਼ ਦੇ ਅੰਦਰ ਸਰਦੀਆਂ ਵਿੱਚ ਕਾਰਗਿਲ ਦੇ ਨੇੜੇ ਦਰਾਸ ਦੇ ਸਥਾਨ 'ਤੇ ਖਾਲੀ ਥਾਂ ਡਿਗਰੀ ਸੈਲਸੀਅਸ ਅਤੇ ਤਾਮਿਲਨਾਡੂ ਦੇ ਚੇਨਈ ਦੇ ਸਥਾਨ 'ਤੇ ਖਾਲੀ ਥਾਂ ਡਿਗਰੀ ਸੈਲਸੀਅਸ ਤੋਂ ਵੀ ਵੱਧ ਤਾਪਮਾਨ ਹੁੰਦਾ ਹੈ। ਤਾਂ ਇਹ ਵੀ ਤੁਹਾਨੂੰ ਮੈਂ ਸਮਝਾਇਆ ਪਹਿਲਾਂ। ਤਾਂ ਇਹਦਾ ਆਨਸਰ ਹੈ ਕਾਰਗਿਲ ਦੇ ਨੇੜੇ ਦਰਾਸ ਦੇ ਸਥਾਨ 'ਤੇ -45 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਹੁੰਦਾ ਹੈ, ਅਤੇ ਤਾਮਿਲਨਾਡੂ ਦੇ ਚੇਨਈ ਦੇ ਸਥਾਨ ਦੇ ਉੱਪਰ 20 ਡਿਗਰੀ ਸੈਲਸੀਅਸ ਤੋਂ ਵੀ ਵੱਧ ਤਾਪਮਾਨ ਹੁੰਦਾ ਹੈ। ਤਾਂ ਇਹਦਾ ਉੱਤਰ ਹੈ -45 ਡਿਗਰੀ ਅਤੇ 20 ਡਿਗਰੀ। ਨੈਕਸਟ, ਠੀਕ ਗਲਤ ਆਪਾਂ ਨੇ ਠੀਕ ਜਾਂ ਗਲਤ ਦੱਸਣੇ ਨੇ। ਗਰਮੀਆਂ ਵਿੱਚ ਜਦੋਂ ਸੂਰਜ ਦੀਆਂ ਸਿੱਧੀਆਂ ਕਿਰਨਾਂ ਉੱਤਰੀ ਅਰਧ ਗੋਲੇ ਵਿੱਚ ਕਰਕ ਰੇਖਾ 'ਤੇ ਪੈਂਦੀਆਂ ਹਨ ਤਾਂ ਦੱਖਣੀ ਅਰਧ ਗੋਲੇ ਵਿੱਚ ਤਾਪਮਾਨ ਵਧਣ ਲੱਗਦਾ ਹੈ। ਇਹ ਸਟੇਟਮੈਂਟ ਗਲਤ ਹੈ ਜਾਂ ਸਹੀ? ਉੱਤਰ ਹੈ ਗਲਤ, ਕਿਉਂਕਿ ਜਦੋਂ ਕਰਕ ਰੇਖਾ 'ਤੇ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਉਹ ਸਿੱਧੀਆਂ ਪੈਣੀਆਂ ਸ਼ੁਰੂ ਹੁੰਦੀਆਂ ਹਨ ਤਾਂ ਦੱਖਣੀ ਅਰਧ ਗੋਲੇ ਦੇ ਵਿੱਚ ਤਾਪਮਾਨ ਹੈ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ। ਨੈਕਸਟ ਕੁਐਸਚਨ ਹੈ, ਸਰਦੀਆਂ ਵਿੱਚ ਪੌਣਾ ਜਲ ਤੋਂ ਥਲ ਤੱਕ ਚੱਲਦੀਆਂ ਹਨ। ਸਰਦੀਆਂ ਦੇ ਵਿੱਚ ਪੌਣਾ ਜਲ ਤੋਂ ਥਲ ਤੱਕ ਚੱਲਦੀਆਂ ਹਨ। ਤਾਂ ਬੱਚਿਓ ਇਸ ਦਾ ਉੱਤਰ ਵੀ ਹੈ ਗਲਤ, ਕਿਉਂਕਿ ਸਰਦੀਆਂ ਦੇ ਵਿੱਚ ਜਿਹੜੀਆਂ ਪੌਣਾ ਨੇ ਉਹ ਥਲ ਤੋਂ ਜਲ ਤੱਕ ਚੱਲਦੀਆਂ ਹਨ। ਤਾਂ ਸਰਦੀਆਂ ਦੇ ਵਿੱਚ ਜਿਹੜੀਆਂ ਪੌਣਾ ਨੇ
ਥਲ ਤੋਂ ਜਲ ਤੱਕ ਚੱਲਦੀਆਂ ਹਨ। ਨੈਕਸਟ ਕੁਐਸਚਨ, ITCZ ਦਾ ਪੂਰਾ ਨਾਮ ਕੀ ਹੈ? ਇਸ ਦਾ ਉੱਤਰ ਹੈ ਇੰਟਰ ਟ੍ਰੋਪੀਕਲ ਕਨਵਰਜੈਂਸ ਜ਼ੋਨ, ਅੰਤਰ ਊਸ਼ਣ ਸੁਮੇਲ ਖੰਡ। ਨੈਕਸਟ ਕੁਐਸਚਨ ਹੈ, ਘੱਟ ਵਾਯੂ ਦਾਬ ਦੇ ਕੇਂਦਰ ਕਿਸ ਖੇਤਰ ਵਿੱਚ ਬਣਦੇ ਹਨ? ਘੱਟ ਵਾਯੂ ਦਾਬ ਦੇ ਕੇਂਦਰ ਕਿਸ ਖੇਤਰ ਦੇ ਵਿੱਚ ਬਣਦੇ ਹਨ? ਠੰਡੇ ਜਾਂ ਗਰਮ? ਘੱਟ ਵਾਯੂ ਦਾਬ ਦੇ ਕੇਂਦਰ ਕਿਸ ਖੇਤਰ ਵਿੱਚ ਬਣਦੇ ਹਨ? ਤਾਂ ਇਹਦਾ ਉੱਤਰ ਹੈ ਗਰਮ। ਥੈਂਕ ਯੂ। ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਹੈ ਜਿਹੜੀ ਜ਼ਰੂਰ ਪਸੰਦ ਆਈ ਹੋਵੇਗੀ। ਤੇ ਕਰੋਨਾ ਮਹਾਮਾਰੀ ਦੇ ਚੱਲਦਿਆਂ ਘਰ ਰਹੋ, ਸੁਰੱਖਿਅਤ ਰਹੋ, ਲੋੜ ਪੈਣ 'ਤੇ ਹੀ ਘਰੋਂ ਬਾਹਰ ਨਿਕਲੋ, ਮਾਸਕ ਪਹਿਨ ਕੇ ਹਮੇਸ਼ਾ ਘਰੋਂ ਬਾਹਰ ਨਿਕਲੋ, ਬਾਰ-ਬਾਰ ਹੱਥ ਧੋਵੋ ਅਤੇ ਸਮਾਜਿਕ ਦੂਰੀ ਨੂੰ ਬਣਾਈ ਰੱਖੋ। ਥੈਂਕ ਯੂ ਵੈਰੀ ਮਚ।